ਸਤਿ ਸ਼੍ਰੀ ਅਕਾਲ। ਮੈਂ ਜਸਵਿੰਦਰਪਾਲ ਚੈਨੀ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ। ਤੇ ਇਸ ਸਮੇਂ ਦਾ ਸਭ ਤੋਂ ਮੋਢਾ ਜਿਹੜਾ ਗਰਮ ਹੈ ਉਹ ਨੈਸ਼ਨਲ ਹਰਟਸ ਹੈ। ਕਿ ਭ੍ਰਿਸ਼ਟਾਚਾਰ ਹੋਇਆ ਜਾਂ ਨਹੀਂ ਹੋਇਆ ਇਹ ਬਹੁਤ ਵੱਡਾ ਸਵਾਲ ਹੈ, ਪਰੰਤੂ ਅੱਜ ਈਡੀ ਦੀ ਪੇਸ਼ੀ ਤੇ ਰਾਹੁਲ ਗਾਂਧੀ ਹਾਜ਼ਰ ਹੋਏ। ਉਸ ਤੋਂ ਬਾਅਦ ਕਾਂਗਰਸ ਦਾ ਜੋ ਬਵਾਲ ਸੀ ਪੂਰੇ ਹਿੰਦੁਸਤਾਨ ਵਿੱਚ ਦੇਖਣ ਨੂੰ ਮਿਲਿਆ। ਚੰਡੀਗੜ੍ਹ ਵਿੱਚ ਵੀ ਇਹ ਪ੍ਰਭਾਵ ਛੁੱਟਿਆ ਨਹੀਂ ਦੂਸਰੇ ਸਟੇਟਾਂ ਵਾਂਗੂ। ਤੇ ਇਸ ਮੁੱਦੇ ਤੇ ਸਾਡੇ ਨਾਲ ਜੁੜੇ ਨੇ ਦੀਪਾ ਦੁਬੇ ਜੀ, ਜੋ ਕਿ ਚੰਡੀਗੜ੍ਹ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ। ਦੀਪਾ ਜੀ, ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਵੈਰੀ ਮਚ। ਤੁਹਾਡਾ ਪਹਿਲਾ ਹੀ ਸਵਾਲ, ਬੀਜੇਪੀ ਕਹਿੰਦੀ ਹੈ ਕਾਂਗਰਸ ਭ੍ਰਿਸ਼ਟ ਹੈ, ਰਾਹੁਲ ਗਾਂਧੀ ਭ੍ਰਿਸ਼ਟ ਹੈ ਅਤੇ ਸੋਨੀਆ ਗਾਂਧੀ ਭ੍ਰਿਸ਼ਟ ਹੈ, ਤਾਂ ਈਡੀ ਦੇ ਮੈਸੇਜ ਪੁੱਜੇ ਨੇ, ਤੁਹਾਡਾ ਕੀ ਉੱਤਰ ਹੈ? ਦੇਖੋ, ਬੀਜੇਪੀ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟ ਹਾਂ, ਲੇਕਿਨ ਮੈਂ ਬੀਜੇਪੀ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ, ਅੱਜ ਕਾਂਗਰਸ ਦੀ ਸਰਕਾਰ ਨਹੀਂ ਹੈ, ਤਾਂ ਈਡੀ ਦੇ ਜਿਹੜੇ ਸਾਡੇ ਨੇਤਾ ਹੈ ਉਹਨਾਂ ਨੂੰ ਤੁਸੀਂ ਸੰਮਨ ਦੇਣੇ ਸ਼ੁਰੂ ਕਰਤੇ। ਛੱਤੀਸਗੜ੍ਹ ਨੂੰ ਲੈ ਲਓ, ਅਸਾਮ ਨੂੰ ਲੈ ਲਓ, ਕੋਈ ਵੀ ਤਰੀਕਾ ਲੈ ਲਓ, ਤੁਸੀਂ ਰਾਜਸਥਾਨ ਲੈ ਲਓ, ਕਿਆ ਭ੍ਰਿਸ਼ਟ ਕਾਂਗਰਸ ਹੀ ਹੈ? ਕਿਆ ਭ੍ਰਿਸ਼ਟ ਇੰਨਾ ਦੁੱਧ ਦੇ ਧੁੱਲੇ ਹੈ ਬੀਜੇਪੀ ਵਾਲੇ ਕਿ ਉਹਦੇ ਵਿੱਚ ਅੱਜ ਤੱਕ ਬੰਦਾ ਕੋਈ ਆਇਆ ਹੀ ਨਹੀਂ? ਇਹ ਤਾਂ ਇੱਕ ਸਰਕਾਰਾਂ ਦਾ ਦੂਜੀ ਪਾਰਟੀਆਂ ਨੂੰ ਨੀਚੇ ਡਿਗਾਉਣ ਵਾਸਤੇ ਇਹ ਕੰਮ ਕੀਤੇ ਜਾਂਦੇ ਹੈ। ਮੈਂ ਇसी ਵਿਸ਼ੇ ਦੇ ਵਿੱਚ ਅੱਗੇ ਲੈ ਜਾਂਦੇ ਹੋਏ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਵਾਡਰਾ ਜੀ ਨੂੰ ਬਹੁਤ ਕਿਹਾ ਜਾਂਦਾ ਸੀ, ਜਮਾਈ ਬਾਬੂ ਨੇ ਇਹ ਕੀਤਾ, ਜਮਾਈ ਬਾਬੂ ਨੇ ਇਹ ਕੀਤਾ। 8 ਸਾਲ ਉਹਦੇ ਗਾਣੇ ਗਾਏ, ਉਸ ਤੋਂ ਬਾਅਦ ਅੱਜ ਉਹਨੂੰ ਕਲੀਨ ਚਿੱਟ ਦੇ ਕੇ ਤੁਸੀਂ ਬਿਠਾਇਆ, ਕੀ ਲੱਭਿਆ ਤੁਹਾਨੂੰ? ਸਿਰਫ ਇੱਕ ਫੈਮਿਲੀ ਨੂੰ, ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਦਾ ਠੇਕਾ ਜਿਹੜਾ ਹੈ ਉਹ ਬੀਜੇਪੀ ਸਰਕਾਰ ਨੇ ਲਿੱਤਾ ਹੈ। ਮੈਂ ਕਹਿੰਦੀ ਹਾਂ ਤੁਹਾਡੇ ਮਨਭੇਦ ਹੋ ਸਕਦੇ ਹੈ, ਮਤਭੇਦ ਹੋ ਸਕਦੇ ਹੈ, ਲੇਕਿਨ ਤੁਸੀਂ ਆਪਣੀ ਵਿਚਾਰਧਾਰਾ 'ਤੇ ਰਹੋ, ਸਾਨੂੰ ਆਪਣੀ ਵਿਚਾਰਧਾਰਾ 'ਤੇ ਕੰਮ ਕਰਨ ਦਿਓ। ਲੇਕਿਨ ਇੰਨੀ ਵੀ ਬੇਸ਼ਰਮੀ ਅੱਛੀ ਨਹੀਂ ਹੈ ਕਿ ਇੱਕ ਤਰਫ 75 ਸਾਲ ਦੀ ਲੇਡੀ ਜਿਹਨੂੰ ਕੋਵਿਡ ਗ੍ਰਸਤ ਹੋ ਕੇ ਗੰਗਾ ਰਾਮ ਹਸਪੀਟਲ 'ਚ ਦਾਖਲ ਹੈ ਔਰ 23 ਤਰੀਕ ਵਾਸਤੇ ਤੁਸੀਂ ਈਡੀ ਦੇ ਸੰਮਨਸ ਉਹਨੂੰ ਭੇਜੇ ਜਾ ਰਹੇ ਹੈ। ਕਿਆ ਇਹ ਕੰਮ 2014-13 ਤੋਂ ਇਹ ਕੰਮ ਚੱਲਿਆ? 2018 'ਚ ਆ ਕੇ ਬਿਲਕੁਲ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਖਤਮ ਹੋ ਗਿਆ। ਅੱਜ ਜਦ ਉਦੈਪੁਰ ਦਾ ਇੱਕ ਚਿੰਤਨ ਸ਼ਿਵਰ ਸਕਸੈਸਫੁਲ ਹੋਇਆ, ਜਿੱਥੇ ਸਾਡੇ ਜਿਹੜੀ ਲੀਡਰਸ਼ਿਪ ਹੈ ਉਹਨੇ ਭਾਰਤ ਜੋੜੋ ਦਾ ਇੱਕ ਅੰਦੋਲਨ, ਇੱਕ ਨਾਰਾ ਦਿੱਤਾ ਕਿ ਆਪਾਂ ਕੰਮ ਭਾਰਤ ਜੋੜੋ 'ਤੇ ਕਰਨਾ ਹੈ। ਅੱਜ ਜ਼ਰੂਰਤ ਫਿਰ ਉਹੀ ਭਾਰਤ ਜੋੜੋ ਦੀ ਹੈ ਜਿਹੜਾ ਭਾਰਤ ਬਚਾਉਣ ਦੀ ਸੀਗੀ 1947 'ਚ, ਠੀਕ ਹੈ? ਉਸ ਤੋਂ ਇੰਨਾ ਡਰ ਗਏ ਕਿ ਉਹ ਸ਼ਿਵਰ ਖਤਮ ਨਹੀਂ ਹੋਇਆ ਤਾਂ ਨਾਲ ਹੀ ਸੰਮਨ ਤੋੜਤੇ। ਪਰ ਸਵਾਲ ਮੈਮ, ਇੱਕ ਸਵਾਲ ਬਹੁਤ ਗੰਭੀਰ ਹੈ ਕਿਉਂਕਿ ਭ੍ਰਿਸ਼ਟਾਚਾਰ ਦੇਸ਼ ਨੂੰ ਖੋਖਲਾ ਕਰਦਾ ਹੈ। ਨੈਸ਼ਨਲ ਹਰਟ ਤੇ 55 ਕਰੋੜ ਦਾ ਜਿਹੜਾ ਘਪਲੇ ਦਾ ਆਰੋਪ ਹੈ, ਤੁਸੀਂ ਇੱਕ ਐਡਵੋਕੇਟ ਵੀ ਹੋ, ਇੱਕ ਲੀਡਰ ਵੀ ਹੋ, ਦੋਨੇ ਵਿਸ਼ੇ ਤੇ ਕੀ ਸਮਝੋ, ਕੀ ਹੋਇਆ ਕਿ ਨਹੀਂ ਹੋਇਆ? ਇੱਕ ਜੇ ਆਪਾਂ ਭਾਰਤੀ ਹੋਣ ਦੇ ਨਾਤੇ ਤੇ ਸਵਾਲ ਕਰੀਏ ਤਾਂ ਕਿੱਥੇ ਤੱਕ ਵਾਜਬ ਹੈ? ਦੇਖੋ, ਇਹਦੇ ਵਿੱਚ ਕੋਈ ਘਪਲਾ ਨਹੀਂ ਹੋਇਆ। ਇਹ ਤਾਂ ਮੈਂ ਤੁਹਾਨੂੰ ਇੱਕ ਪੋਲੀਟੀਕਲ ਸਟੇਜ ਦੇ ਉੱਪਰ ਖੜੀ ਹੋ ਕੇ ਇਹ ਗੱਲ ਤੁਹਾਨੂੰ ਮੈਂ ਕਹਿ ਰਹੀ ਹਾਂ। ਹੁਣ ਮੈਂ ਲੀਗਲ ਵੀ ਹਾਂ ਤੇ ਲੀਗਲ ਦੇ ਉੱਪਰ ਵੀ ਤੁਹਾਨੂੰ ਪੂਰਾ ਰੁਖ ਦੇਵਾਂਗੀ। 1919 ਦੇ ਵਿੱਚ ਆਪਣੇ ਨੇਤਾਵਾਂ ਨੇ ਸੋਚਿਆ, ਆਪਣੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਨੇ ਸੋਚਿਆ ਕਿ ਲੋਕਾਂ ਤੱਕ ਗੱਲਾਂ ਪਹੁੰਚਾਉਣ ਦਾ ਕੋਈ ਮਾਧਿਅਮ ਨਹੀਂ ਹੈ, ਸਾਨੂੰ ਇੱਕ ਅਖਬਾਰ ਐਸਾ ਯੂਜ਼ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਸਾਡੀ ਲੋਕਾਂ ਦੀ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇੱਕ ਅਖਬਾਰ ਦੀ ਨੀਂਹ ਰੱਖੀ 1919 ਦੇ ਵਿੱਚ। 1937 ਦੇ ਵਿੱਚ ਜਾਂਦੇ ਜਾਂਦੇ ਨੈਸ਼ਨਲ ਹੈਰਾਲਡ ਦਾ ਨਾਮ ਆ ਗਿਆ। ਸਾਡੇ ਉਹਦੇ ਵਿੱਚ ਹਰ ਤਰੀਕੇ ਦੀ ਕੋਈ ਇਹ ਨਹੀਂ ਸੀਗਾ ਵੀ ਜੀ ਅੱਜ ਹੁਣੀ ਤੁਹਾਡੀ ਨਿਊਜ਼ ਆਈ, ਤੁਸੀਂ ਹੁਣ ਟਾਈਪ ਕਰਦੇ ਹੋ ਨਿਊਜ਼ ਆ ਜਾਂਦੀ ਹੈ। ਉਦੋਂ ਤਾਂ ਨਿਊਜ਼ ਐਡੀਟਰ ਭੇਜੇ ਗਿਆ, ਐਡੀਟਰ ਨੂੰ 2 ਦਿਨ ਲੱਗਣਗੇ, ਚਿੱਠੀ ਦੇ ਮਾਧਿਅਮ ਤੋਂ ਜਾਏਗਾ, ਹੈ ਨਾ? 3 ਦਿਨ ਲਾਏ ਹਾਂ, ਠੀਕ ਹੈ, ਫਿਰ ਛਪੇਗੀ, ਫਿਰ ਅੱਗੇ ਚੱਲੇਗਾ। ਉਸ ਪ੍ਰੋਸੈਸ ਤੋਂ ਨਿਕਲ ਕੇ ਅੰਗਰੇਜ਼ਾਂ ਨੇ ਵੀ ਉਸ ਦੀ ਇਹ ਸੇ ਮੰਨੀ ਅਖਬਾਰ ਦੀ ਕਿ ਨਹੀਂ, ਇਹ ਅਖਬਾਰ ਇੱਕ ਰੋਲ ਅਦਾ ਕੀਤਾ ਆਜ਼ਾਦੀ ਵਾਸਤੇ, ਉਹ ਇੱਕ ਸਾਡੀ ਧਰੋਹਰ ਹੈ, ਠੀਕ ਹੈ? ਲੇਕਿਨ ਇਕਨੋਮਿਕਲੀ ਜਦ ਅਸੀਂ ਡਾਊਨ ਆਉਣਾ ਸ਼ੁਰੂ ਹੋਇਆ, ਅਖਬਾਰਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਪ੍ਰੈਸਿਸ ਉੱਪਰ ਜਾ ਰਹੀਆਂ, ਨੀਚੇ ਆ ਰਹੀਆਂ, ਡਾਊਨ ਆਉਣਾ ਸ਼ੁਰੂ ਹੋਇਆ ਤੇ ਅਸੀਂ ਉਹਦੇ ਕਰਜ਼ੇ ਦੇ ਵਿੱਚ ਆ ਗਏ। ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਨੇ ਉਹਨੂੰ ਬਚਾਉਣ ਵਾਸਤੇ, ਦੀ ਧਰੋਹਰ ਨੂੰ ਬਚਾਉਣ ਵਾਸਤੇ ਇੱਕ ਯੰਗ ਇੰਡੀਆ ਦੇ ਨਾਮ ਤੋਂ ਇੱਕ ਉਹਨਾਂ ਨੇ ਪਲੇਟਫਾਰਮ ਬਣਾਇਆ, ਇੱਕ ਕੰਪਨੀ ਬਣਾਈ, ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ, ਕੰਪਨੀ ਐਕਟ ਦੇ ਵਿੱਚ ਬੜਾ ਅੱਛੇ ਤਰੀਕੇ ਨਾਲ ਮੈਂਸ਼ਨ ਹੈ, ਲੀਗਲ ਥਾਟ ਦੇ ਰਹੀ ਹਾਂ ਤੁਹਾਨੂੰ। ਸੈਕਸ਼ਨ 25 ਬੜਾ ਕਲੀਅਰ ਹੈ। ਉਹਦੇ ਵਿੱਚ ਉਹ ਕਹਿੰਦੇ ਹੈ ਕਿ ਜੋ ਬੰਦਾ ਕੰਪਨੀ, ਇਸ ਸੈਕਸ਼ਨ 25 ਦੇ ਵਿੱਚ ਰਜਿਸਟ੍ਰੇਸ਼ਨ ਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਕਿ ਕੰਪਨੀ ਦੇ ਸ਼ੇਅਰ ਹੋਲਡਰਸ ਹੈਜ਼ ਨੋ ਰਾਈਟ ਟੂ ਸੋਲਡ ਐਨੀਥਿੰਗ, ਸੈਲ ਐਨੀਥਿੰਗ, ਮੌਰਗੇਜ ਐਨੀਥਿੰਗ।
ਤੁਹਾਡਾ ਸਿਰਫ ਹੈ ਤੁਸੀਂ ਉਹਨੂੰ ਚਲਾਉਣਾ ਹੈ। ਉਹ ਧਰੋਹਰ ਨੂੰ ਚਲਾਉਣ ਵਾਸਤੇ ਇੱਕ ਕੰਪਨੀ ਦਾ ਗਠਨ ਹੋਇਆ, ਜਿਸ ਕੰਪਨੀ 'ਚੋਂ ਪੈਸਾ ਜਿਹੜਾ ਹੈ ਉਹ ਨੈਸ਼ਨਲ ਹਾਈਲਾਈਟ ਦਾ ਕਰਜ਼ਾ 90 ਕਰੋੜ ਦਾ ਉਤਾਰਨ ਵਾਸਤੇ ਦੇ ਦਿੱਤਾ ਗਿਆ, ਔਰ ਉਹ ਜੋ 90 ਕਰੋੜ ਸੀਗਾ ਉਹ 100 ਕਿਸ਼ਤਾਂ ਦੇ ਵਿੱਚ ਦਿੱਤਾ ਗਿਆ, ਜਿਹਦੇ ਸੰਬੰਧ ਸਾਨੂੰ ਆ ਰਹੇ ਹੈ, ਸਾਡੀ ਗਾਂਧੀ ਪਰਿਵਾਰ ਨੂੰ ਆ ਰਹੇ ਹੈ। ਉਹਦੇ ਵਿੱਚ 67 ਲੱਖ ਰੁਪਏ 67 ਕਰੋੜ ਰੁਪਏ ਜਿਹੜਾ ਸੀਗਾ ਉਹ ਸੀਗਾ ਜਿਹੜੇ ਉੱਥੇ ਦੇ ਲੋਕਾਂ ਦੀ ਦੇਣਦਾਰੀਆਂ ਸੀ, ਤਨਖਾਹਾਂ ਸੀ, ਜੋ ਵੀ ਸੀ। ਰੈਸਟ ਆਫ ਦਾ ਅਮਾਊਂਟ ਜਿਹੜਾ ਸੀਗਾ ਉਹ ਇਸ ਵਾਸਤੇ ਸੀਗਾ ਕਿ ਜਿਹੜੇ ਆਪਾਂ ਕੋਈ ਪ੍ਰੋਪਰਟੀ ਟੈਕਸ ਦੇਣਾ ਹੈ, ਕੋਈ ਮੇਨਟੇਨੈਂਸ ਦਾ ਹੋਇਆ, ਕੋਈ ਬਿਜਲੀ ਦਾ ਬਿੱਲ ਪੈਂਡਿੰਗ ਹੈ, ਕਿਉਂਕਿ ਉਹ ਪੈਂਡਿੰਗ ਬਹੁਤ ਸੀ, ਉਹਦੇ ਵਿੱਚ ਉਹਨਾਂ ਨੇ ਰਾਹੁਲ ਜੀ ਨੇ ਜਾਂ ਸੋਨੀਆ ਜੀ ਨੇ ਐਜ਼ ਪਰ ਸ਼ੇਅਰ ਆਪਣੇ ਉੱਥੇ ਟ੍ਰਾਂਸਫਰ ਕਰਤੇ। ਉਹਨਾਂ ਨੇ ਤਾਂ ਪੈਸਾ ਦਿੱਤਾ ਉਹਨੂੰ ਇੱਕ ਧਰੋਹਰ ਨੂੰ ਚਲਾਉਣ ਵਾਸਤੇ, ਕਿਉਂਕਿ ਉਹਨਾਂ ਦੀ ਪੂਰਵਜਾਂ ਦੀ ਧਰੋਹਰ ਚੱਲੀ ਆ ਰਹੀ। ਕਲੈਰਿਟੀ ਹੋ ਚਾਹੀਦੀ ਹੈ, ਕਾਂਗਰਸ ਨੇ ਦਿੱਤਾ ਜਾਂ ਭਾਰਤ ਸਰਕਾਰ ਨੇ ਦਿੱਤਾ, ਜਿਹੜਾ ਕਲੀਅਰ ਹੋਣਾ ਚਾਹੀਦਾ ਹੈ, ਕਲੀਅਰ ਹੋਣਾ ਚਾਹੀਦਾ ਹੈ। ਇਹ ਪੈਸਾ ਭਾਰਤ ਸਰਕਾਰ ਨੇ ਨਹੀਂ ਦਿੱਤਾ, ਇਹ ਪੈਸਾ ਜਿਹੜੀ ਕੰਪਨੀ ਗਠਿਤ ਹੋਈ, ਜਿਹੜਾ ਇੱਕ ਕੰਪਨੀ ਬਣਾਈ ਗਈ ਜਿਹਦੇ ਵਿੱਚ ਰਾਹੁਲ ਜੀ ਔਰ ਸੋਨੀਆ ਜੀ ਦਾ ਸ਼ੇਅਰ ਸੀ, ਔਰ ਜਿਹਦੇ ਅੱਜ ਉਹਦੇ ਜਿਹੜਾ ਨੈਸ਼ਨਲ ਹਾਈਲਾਈਟ ਹੈ ਉਹਦੇ ਜਿਹੜੇ ਇੰਚਾਰਜ ਸਾਡੇ ਮੇਨ ਹੈ ਉਹ ਸਾਡੇ ਖਜ਼ਾਨਚੀ ਜਿਹੜੇ ਹੈਗੇ ਆ AICC ਦੇ ਪਵਨ ਕੁਮਾਰ ਬੰਸਲ ਜੀ ਹੈ। ਉਹਦੇ ਵਿੱਚ ਇਹ ਵੀ ਮੈਂਸ਼ਨ ਹੈ ਸੈਕਸ਼ਨ 25 ਦੇ ਵਿੱਚ ਕਿ ਕੋਈ ਵੀ ਬੰਦਾ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰੇਗਾ ਜਾਂ ਇਹਦਾ ਕੋਈ ਮੈਂਬਰ ਹੋਏਗਾ ਜਾਂ ਕੁਝ ਹੋਏਗਾ, ਵਿਦਆਊਟ ਐਨੀ ਸਿੰਗਲ ਪੈਨੀ ਉਹਨੂੰ ਮਿਲੇਗੀ ਨਹੀਂ। ਸਭ ਸੋਸ਼ਲ ਸਰਵਿਸ ਕਰ ਰਹੇ ਉਹਦੇ ਵਿੱਚ, ਨਾ ਬੰਸਲ ਜੀ ਉਸ 'ਚ 1 ਰੁਪਇਆ ਲੈ ਰਹੇ ਆ, ਕੋਈ ਤਨਖਾਹ ਮਿਲ ਰਹੀ ਹੈ, ਨਾ ਰਾਹੁਲ ਨੂੰ ਮਿਲ ਰਹੀ ਹੈ, ਨਾ ਕਿਸੇ ਹੋਰ ਨੂੰ ਮਿਲ ਰਿਹਾ। ਉਹ ਤਾਂ ਕਮਾਈ ਦਾ ਸਾਧਨ ਨਹੀਂ ਹੈ, ਉਹ ਤਾਂ ਇੱਕ ਚੀਜ਼ ਨੂੰ ਧਰੋਹਰ ਨੂੰ ਬਚਾਉਣ ਦਾ ਕੰਮ ਇਹਨਾਂ ਨੇ ਕੀਤਾ। ਕਿਤੇ ਵੀ ਕਰਪਸ਼ਨ ਨਹੀਂ, ਕਰਪਸ਼ਨ BJP ਦੇ ਦਿਮਾਗ 'ਚ ਹੈ। ਉਹਨਾਂ ਨੂੰ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ 2024 ਖੜਾ ਹੁਣ ਆਹ ਸੰਬੰਧ ਦੇ ਕੇ ਲੋਕਾਂ ਨੂੰ ਪਰੇਸ਼ਾਨ ਕਰ ਦਿਓ। 2014-13 ਦੇ ਵਿੱਚ ਸੁਬਰਾਮਨਿਅਨ ਸਵਾਮੀ ਨੇ ਇਹ ਗੱਲ ਚੱਕੀ ਸੀ, ਜਦ ਅਗਲਾ ਹੀ ਕਹਿੰਦਾ ਕੋਈ ਗੱਲ ਨਹੀਂ ਹੈ, ਕੰਪਲੇਨਟ ਹੀ ਕਹਿ ਰਿਹਾ ਕੋਈ ਗੱਲ ਨਹੀਂ, ਤਾਂ ਤੁਸੀਂ 2018 'ਚ ਉਹਨੂੰ ਕੇਸ ਨੂੰ ਬੰਦ ਕਰਤਾ ਤੇ ਅੱਜ ਤੁਸੀਂ ਫਿਰ ਚਾਲੂ ਕਰਤਾ। ਸਾਡਾ ਦੁੱਖ ਹੀ ਇਹੀ ਹੈ। ਅੱਜ ਦੇ ਜਿਹੜੇ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ED ਆਫਿਸਿਸ ਦੇ ਸਾਹਮਣੇ ਹੋਏ, ਉਹਦੇ ਵਿੱਚ ਅਸੀਂ ਸਾਰੇ ਕਾਂਗਰਸ ਲੀਡਰਸ, ਸਾਰੇ ਕਾਂਗਰਸ ਕਾਰਜਕਰਤਾ ਇਹ ਕਹਿ ਰਹੇ ਹੈ ਕਿ ਭਾਈ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਤੱਕ ਤੁਸੀਂ ਕਿਉਂ ਸੰਮਨ ਭੇਜ ਰਹੇ ਹੋ, ਕਿਸ ਵਾਸਤੇ ਹਰਾਸ ਕੀਤਾ ਜਾ ਰਿਹਾ ਹੈ ਤੇ ਪਬਲਿਕ ਸਿਰਫ ਇਹ ਦੱਸਣਾ ਚਾਹੁੰਦੇ ਕਿ ਅਸੀਂ ਪੈਸੇ ਖਾ ਲਏ। ਤੁਸੀਂ ਮੈਨੂੰ ਦੱਸੋ ਇੰਨੇ ਸਕੈਮ ਵਾਸਤੇ ਜਦ BJP ਆਈ, ਕਿਹੜਾ ਸਕੈਮ ਅੱਜ ਤੱਕ ਤੁਸੀਂ ਕੱਢਿਆ? ਕਿਤੇ ਮਿਲੀ ਭੁਗਤਾ ਨਹੀਂ, ਨਹੀਂ ਮਿਲੀ ਭਗਤ ਬਿਲਕੁਲ ਨਹੀਂ ਹੈ। ਸਿਰਫ ਹਰਾਸ ਕਰਨਾ ਪਬਲਿਕ ਦੇ ਵਿੱਚ ਦੂਜੇ ਦੀ। ਜਿਵੇਂ ਲੱਗਦਾ ਨਹੀਂ ਹੈ ਕਿ ਤੂੰ ਛੱਡ ਯਾਰ, ਮੈਂ ਰੋਲਾ ਮੈਂ ਪਾ ਲੂੰਗਾ ਆਪੋਜੀਸ਼ਨ ਜਾ ਕੇ, ਤੂੰ ਜੇ ਤੂੰ ਸਤਾ ਜਾਏਗਾ ਤਾਂ ਤੂੰ ਪਾ ਲਈ, ਆਪਾਂ ਇੱਕ ਦੂਜੇ ਨੂੰ। ਐਸਾ ਨਹੀਂ ਹੈ। ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਸੱਤਾ ਦਾ ਟਾਈਮ ਜਿਹੜਾ ਹੈ ਗ੍ਰਾਫ ਕਿਸੇ ਦਾ ਨੀਚੇ ਹੈ ਤੇ ਕਿਸੇ ਦਾ ਉੱਪਰ ਹੈ। ਇਹ ਸਭ ਦੀ ਲਾਈਫ ਦਾ ਆਣਾ ਹੈ। ਅੱਜ BJP ਦਾ ਚੱਲ ਰਿਹਾ, ਕੱਲ ਨੂੰ ਕਾਂਗਰਸ ਦਾ ਆਊਗਾ, ਤੇ ਜਦ ਕਾਂਗਰਸ ਦਾ ਆਊਗਾ ਤਾਂ ਫਿਰ ਰੋਣਗੇ ਕਿ ਵੀ ਸਾਡੇ ਹੁਣ ਤੁਸੀਂ ਪਲਿੰਦੇ ਖੋਲਤੇ। ਪਲਿੰਦੇ ਤੋਂ ਤਾਂ ਕੋਈ ਫਰਕ ਨਹੀਂ ਹੈ, ਪਰੰਪਰਾ ਤਾਂ ਨਹੀਂ, ਪਰੰਪਰਾ ਨਹੀਂ ਹੈ। ਸਿਰਫ ਬਦਨਾਮ ਕਰਨਾ, ਲੋਕਾਂ ਦੀ ਡਿਵਰਸ਼ਨ। ਮੈਂ ਕਹਿੰਦੀ ਹਾਂ ਮਹਿੰਗਾਈ ਦੇ ਮੁੱਦੇ ਤੇ ਗੱਲ ਕਿਉਂ ਨਹੀਂ ਕਰਦੇ ਸਰਕਾਰ? ਬੇਰੁਜ਼ਗਾਰੀ ਦੇ ਉੱਪਰ ਗੱਲ ਕਿਉਂ ਨਹੀਂ ਕਰਦੀ? ਮਹਿਲਾ ਸੁਰੱਖਿਆ ਤੇ ਗੱਲ ਕਿਉਂ ਨਹੀਂ ਕਰਦੀ? ਇਹੀ ED ਦੇ ਸਾਹਮਣੇ ਤੇ ਗੱਲਾਂ ਕਰਨੀ ਹੈ। ਅੱਜ ਮੈਨੂੰ ਦੱਸੋ BJP ਦੇ ਵਿੱਚ ਕਿੰਨੇ ਲੋਕ ਪੰਜਾਬ ਦੇ ਮੰਤਰੀ ਸ਼ਾਮਿਲ ਹੋ ਗਏ? ਔਰ ਮੈਂ ਗੁਰੇਜ਼ ਨਹੀਂ ਕਰਾਂਗੀ ਤੁਹਾਡੇ ਮਾਧਿਅਮ ਤੋਂ ਕਹਿਣ ਤੋਂ ਕਿ ਬੰਦੇ ਦਾ ਕੋਈ ਸੈਲਫ ਮੋਟਿਵ ਹੋਏਗਾ। ਜਿਹੜੀ ਪਾਰਟੀ ਤੁਹਾਨੂੰ 45 ਸਾਲ 40 ਸਾਲ, ਹਰ ਬੰਦਾ ਇਹ ਕਹਿ ਰਿਹਾ ਸੀ ਉੱਥੇ ਬਜ਼ੁਰਗ ਕਿ ਜੀ ਮੈਂ 50 ਸਾਲ ਦਾ ਪਾਰਟੀ ਦਾ ਸੀ ਜਾਂ ਮੈਂ 45 ਸਾਲ ਦਾ ਸੀ। ਕਿਸੇ ਸੈਲਫ ਰਿਸਪੈਕਟ ਵਾਸਤੇ ਨਹੀਂ ਜਾਂਦਾ। ਬੰਦਾ ਸੋਚਦਾ ਮੈਨੂੰ 50 ਸਾਲ 'ਚ ਪਾਰਟੀ ਨੇ ਇੰਨਾ ਕੁਝ ਦੇਤਾ, ਕੋਈ ਗੱਲ ਨਹੀਂ, ਹੁਣ ਮੇਰੇ ਰਿਟਾਇਰਮੈਂਟ ਟਾਈਮ ਆ ਗਿਆ, ਮੈਂ ਆਰਾਮ ਨਾਲ ਘਰੇ ਬੈਠੂੰਗਾ ਜੇ ਮੈਨੂੰ ਨਹੀਂ ਅੱਛਾ ਲੱਗ ਰਿਹਾ। ਇਹਦੇ ਵਿੱਚ ਹੁਣ ਇੱਕ ਚੀਜ਼ ਦੇਖਿਆ ਜਾਵੇ, ਮਾਫ ਕਰਨਾ ਤੁਹਾਡੇ ਤਿੱਖਾ ਸਵਾਲ ਹੈ ਤੁਹਾਡੀ ਕਾਂਗਰਸ ਤੇ, ਜੇ ਉਹ 50 ਸਾਲ ਦਾ ਬੈਠਾ, ਉਹਨੇ ਮਾੜਾ ਟਾਈਮ ਵੀ ਦੇਖਿਆ, ਚੰਗਾ ਟਾਈਮ ਵੀ ਦੇਖਿਆ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਸੁਨੀਲ ਜਾਖੜ ਹੈ, ਦੋ ਵੱਡੇ ਚਿਹਰੇ ਨੇ, ਉਹਨਾਂ ਦਾ ਅਪਮਾਨ ਹੋਇਆ। ਕੀ ਅਪਮਾਨ ਕਰਨਾ ਕਿਸੇ ਪਾਰਟੀ ਨੂੰ ਹੱਕ ਦੇਣਾ? ਦੇਖੋ ਗੱਲ ਸੁਣੋ, ਨਵਜੋਤ ਸਿੰਘ ਸਿੱਧੂ ਨੇ ਜੋ ਭੂਮਿਕਾ ਨਿਭਾਈ, ਜੋ ਹਾਈ ਕਮਾਂਡ ਨੇ ਉੱਪਰ ਮੋਹਰ ਲਾਈ, ਉਹ ਤੋਂ ਬਾਅਦ ਪੰਜਾਬ ਦਾ ਰਿਜ਼ਲਟ ਸਾਰਿਆਂ ਸਾਹਮਣੇ। ਨਹੀਂ, ਮੈਨੂੰ ਇੱਕ ਗੱਲ ਦੱਸੋ, ਅਪਮਾਨ ਉਹਨਾਂ ਦੀ ਨਿਗਾਹਾਂ 'ਚ ਅਪਮਾਨ ਹੋਏਗਾ, ਲੇਕਿਨ ਜਿਹੜੇ 50 ਸਾਲ ਜਾਂ 60 ਸਾਲ ਜਨਤਕ ਰੂਪ ਤੇ ਕੀਤਾ ਜਾਂਦਾ, ਜਿਹੜਾ 60 ਸਾਲ ਤੱਕ ਜਨਤਕ ਰੂਪ ਤੇ ਕੀਤਾ ਜਾਂਦਾ, ਜੇ ਉਹ ਦੀਪਾ ਦਾ ਵੀ ਕੀਤਾ ਜਾਂਦਾ, ਮੇਰੇ ਖਿਆਲ ਦੀਪਾ ਵੀ ਜ਼ਿਆਦਾ ਦੇਰ ਉੱਥੇ ਕੰਮ ਨਹੀਂ ਨਾ ਕਰੇ, ਆਰਾਮ ਨਾਲ ਘਰੇ ਬੈਠੇਗੀ ਦੀਪਾ, ਕਿਉਂਕਿ ਪਾਰਟੀ ਨੇ ਦੀਪਾ ਨੂੰ ਇੰਨਾ ਕੁਝ ਦੇਤਾ ਇੰਨੇ ਸਾਲਾਂ ਦੇ ਵਿੱਚ ਕਿ ਪਾਰਟੀ ਤੋਂ ਮੈਂ ਸੰਤੁਸ਼ਟ ਹਾਂ। ਇਵੇਂ ਜਾਖੜ ਸਾਹਿਬ ਖੁਦ ਕਹਿੰਦੇ ਮੈਨੂੰ ਪਾਰਟੀ ਨੇ ਇੰਨਾ ਕੁਝ ਦਿੱਤਾ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਆਪਣੀ ਲਾਈਨ ਰੂਪਰੇਖਾ ਆਪਾਂ ਅੱਜ ਅਸੀਂ ਮੋਦੀ ਨੂੰ ਗਾਲਾਂ ਕੱਢ ਰਹੇ ਹਾਂ, ਅੱਜ ਅਸੀਂ ਕਿਸੇ ਕਾਰਨ ਕਰਕੇ ਤਾਂ ਇਹ ਹੋਇਆ ਕਿ ਕਾਂਗਰਸ ਨੂੰ ਉਹ ਚਿੰਤਨ ਕਿਉਂ ਨਹੀਂ ਨਜ਼ਰ ਆਉਂਦਾ? ਚਿੰਤਨ ਨਜ਼ਰ ਆਉਂਦਾ ਹੈ ਕਿਉਂਕਿ ਕਿਤੇ ਨਾ ਨਹੀਂ ਇਹਦੇ ਵਿੱਚ ਦੇਖੋ ਗੱਲ ਸੁਣੋ, ਜੇ ਇੱਕ ਹੱਥ ਤੇ ਕਦੇ ਤਾੜੀ ਨਹੀਂ ਵੱਜਦੀ ਹੈ ਤਾਂ ਦੋਨਾਂ ਪੱਖੇ। ਕਈ ਵਾਰ ਉਹਨਾਂ ਨੇ ਵੀ ਤਾਂ ਕੋਸ਼ਿਸ਼ ਕੀਤੀ ਕਿ ਸਾਡਾ ਸਨਮਾਨ ਵੀ ਬਰਕਰਾਰ ਰਹੇ, ਅਸੀਂ ਕਾਂਗਰਸ ਛੱਡ ਕੇ ਨਹੀਂ ਜਾਂਦੇ, ਪਰ ਉਹਨਾਂ ਤੇ ਦਬਾਅ ਵੀ ਅੰਦਰੋਂ
ਇਹ ਜਿਹਾ ਪੈ ਜਾਂਦਾ ਤਾਂ ਉਹ ਕਾਂਗਰਸ ਛੱਡ ਜਾਂਦੇ ਨੇ। ਕਾਂਗਰਸ ਉਦੋਂ ਵੀ ਛੱਡ ਸਕਦੇ ਸੀ ਜਦ ਉਹਨਾਂ ਨੂੰ ਟਿਕਟਾਂ ਨਹੀਂ ਦਿੰਦੀ ਸੀ ਕਾਂਗਰਸ, ਉਹ ਜਦ ਟਿਕਟਾਂ ਦਿੰਦੀ ਸੀ ਉਦੋਂ ਵੀ ਕਹਿ ਸਕਦੇ ਸੀ ਅਸੀਂ ਜਾ ਰਹੇ ਹਾਂ। ਨਹੀਂ, ਉਦੋਂ ਵੀ ਜਾਣ ਨੂੰ ਤਿਆਰ ਨਹੀਂ ਸੀਗੇ, ਉਹ ਐਂਡ ਤੱਕ ਜਾਣ ਨੂੰ ਤਿਆਰ ਨਹੀਂ ਸੀ। ਦੇਖੋ ਜੋ ਘਟਨਾਵਾਂ ਸਾਹਮਣੇ ਖੁੱਲ ਕੇ ਆਉਣ, ਇਹਦੇ 'ਚ ਕਾਂਗਰਸ ਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ ਹੈ। ਲੇਕਿਨ ਜੇ ਕਿਸੇ ਨੇ ਮੱਥ ਲਿੱਤਾ ਕਿ ਮੈਂ ਅੱਜ ਪਾਰਟੀ ਨੂੰ ਬਦਨਾਮ ਕਰਕੇ ਜਾਂ ਪਾਰਟੀ ਨੂੰ ਧੋਖਾ ਦੇ ਕੇ ਜਾਂ ਪਾਰਟੀ ਨਾਲ ਮਤਲਬ ਪਾਰਟੀ ਨੂੰ ਧੋਖਾ ਦੇ ਕੇ ਮੈਂ ਦੂਸਰੀ ਪਾਰਟੀ ਨੂੰ ਜੁਆਇਨ ਕਰ ਲਾਂਗਾ, ਮੈਂ ਕਹਿੰਦੀ ਹਾਂ ਘਰ ਬਹਿ ਜਾਓ, ਨਾ ਜਾਓ ਯਾਰ ਕਿਤੇ, ਆਪਣੇ ਆਪ ਪਾਰਟੀ ਵਾਲੇ ਤੁਹਾਨੂੰ ਮਨਾ ਲੈਣਗੇ, ਤੁਹਾਡੇ 'ਚ ਕੈਲੀਬਰ ਹੋਣਾ ਚਾਹੀਦਾ। ਨਹੀਂ ਤਾਂ ਆਂਦੇ ਨਹੀਂ, ਤਾਂ ਵੇਟ ਕਰੋ ਨਾ, ਇੰਨੀ ਕਾਦੀ ਕਾਲੀ ਪੈ ਗਈ, ਦੱਸੋ ਮਨਾਣ ਹੀ ਨਹੀਂ ਆਉਂਦੇ। ਇੰਨੀ ਕਿਹੜੀ ਕਾਲੀ ਪੈ ਗਈ। ਬੇਇੱਜ਼ਤੀ ਤੁਹਾਡਾ ਜਿਹੜਾ ਲੀਡਰਸ਼ਿਪ ਹੈ, ਪੰਜਾਬ ਦਾ ਲੀਡਰਸ਼ਿਪ ਹੈ, ਉਹ ਆਪਣੇ ਕੰਮਾਂ ਤੋਂ ਹੀ ਨਿਕਲੇ ਤਾਂ ਗੱਲ ਹੋਵੇ ਜਸਵਿੰਦਰ ਜੀ ਕਿ ਸੈਲਫ ਇੰਟਰਸਟ ਜਿੱਥੇ ਹੈ ਨਾ, ਉੱਥੇ ਬੰਦਾ ਆਪਣੀ ਪੁਰਾਣੀ ਚੀਜ਼ਾਂ ਸਾਰੀਆਂ ਭੁੱਲ ਜਾਂਦਾ ਹੈ ਔਰ ਨਵੀਂ ਚੀਜ਼ ਨੂੰ ਕਰਦਾ ਹੈ। ਔਰ ਜਿਹੜੀ ਵਿਸ਼ੇ ਤੇ ਮੈਂ ਗੱਲ ਸ਼ੁਰੂ ਕੀਤੀ ਸੀ, ਮੈਂ ਉਹਨੂੰ ਕੰਟੀਨਿਊ ਕਰਾਂ ਕਿ ਅੱਜ ਅਸੀਂ ਇਹ ਦੇਖਿਆ ਕਿ ਸਾਡੇ ਅਮਰਿੰਦਰ ਸਿੰਘ ਜੀ ਨੇ ਕਿਹਾ, ਤੁਹਾਡੇ ਮਾਧਿਅਮ ਤੋਂ ਹੀ ਮੈਨੂੰ ਅਸੀਂ ਪੜ੍ਹਦੇ ਹਾਂ ਦੇਖਦੇ ਹਾਂ ਕਿ ਮੀਡੀਆ ਦੇ ਮਾਧਿਅਮ ਤੋਂ, ਕਿ ਉਹਨਾਂ ਨੇ ਕਿਹਾ ਜੀ ਮੇਰੇ ਕੋਲ 8 ਬੰਦਿਆਂ ਦੀ ਫਾਈਲਾਂ ਹੈਗੀਆਂ ਹਾਲੇ। ਕੀ ਇੰਡੀਕੇਸ਼ਨ ਸੀ ਉਹ? ਔਰ ਉਹੀ 8 ਬੰਦਿਆਂ 'ਚੋਂ ਉਹ ਬੰਦੇ ਗਏ ਉੱਧਰ, ਜਿਹੜੇ ਨਹੀਂ ਗਏ ਉਹਨਾਂ ਦੇ ਉੱਪਰ ਕੱਲ 2000 ਕਰੋੜ ਦਾ ਖੋਲਤਾ। ਤੇ ਇਹ ਹਰਾਸਮੈਂਟ ਨਹੀਂ ਤਾਂ ਕੀ ਹੈ? ਦੇਖੋ ਮੈਂ ਕਹਿੰਦੀ ਹਾਂ ਭ੍ਰਸ਼ਟ ਬੰਦੇ ਨੂੰ ਸਜ਼ਾ ਦਿਓ, ਜ਼ਰੂਰ ਦਿਓ, ਦੇਣੀ ਚਾਹੀਦੀ ਹੈ, ਲੋਕਾਂ ਵਾਸਤੇ ਐਗਜ਼ਾਮਪਲ ਸੈੱਟ ਕਰੋ, ਲੇਕਿਨ ਐਗਜ਼ਾਮਪਲ ਉਹ ਸੈੱਟ ਕਰੋ ਜਿੱਥੇ ਇਹ ਨਾ ਦਿਖੇ ਕਿ ਨਹੀਂ ਬਾਈ ਤੂੰ ਤਾਂ ਦੂਜੀ ਪਾਰਟੀ ਦਾ, ਤੈਨੂੰ ਇਸ ਵਾਸਤੇ ਮੈਂ ਹਰਾਸ ਕਰ ਰਹੀ ਹਾਂ। ਇਹ ਕੰਮ ਨਹੀਂ ਹੋਣਾ ਚਾਹੀਦਾ। ਕਨਸਟੀਟਿਊਸ਼ਨਲ ਰਾਈਟਸ ਦੇ ਅੰਤਰਗਤ ਕੰਮ ਹੋਣਾ ਚਾਹੀਦਾ। ਡੈਮੋਕ੍ਰੈਟਿਕ ਆਪਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਹੀ ਇਹ ਚੀਜ਼ਾਂ ਨੂੰ ਕਰਨਾ ਚਾਹੀਦਾ। ਇਸੇ ਸਵਾਲ ਤੇ ਮੈਂ ਈਡੀ ਦੇ ਮਾਮਲੇ 'ਚ ਆ ਜਾਂਦਾ। ਦੇਖੋ ਈਡੀ 'ਚ ਜਦੋਂ ਕਾਂਗਰਸ ਸੱਤਾ ਸੀ ਉਦੋਂ ਬੀਜੇਪੀ ਵਾਲੇ ਇਹ ਕਹਿੰਦੇ ਸੀ ਈਡੀ ਨੂੰ ਹਥਿਆਰ ਬਣਾ ਰਹੀ ਹੈ ਪਾਰਟੀ, ਤੇ ਉਹੀ ਕਾਂਗਰਸ ਹੁਣ ਆਪੋਜੀਸ਼ਨ 'ਚ ਆ ਗਈ ਤੇ ਬੀਜੇਪੀ ਦੇ ਨਾਲ ਐਲੀਗੇਸ਼ਨ ਲੱਗਣ। ਇਹ ਐਲੀਗੇਸ਼ਨ ਅਸਲ 'ਚ ਹੈ ਕੀ ਹੈ? ਲੋਕ ਤਾਂ ਕਹਿੰਦੇ ਦੋਨੇ ਸਾਨੂੰ ਮੂਰਖ ਬਣਾ ਰਹੇ ਨੇ। ਐਲੀਗੇਸ਼ਨਸ ਕੀ ਹੈ ਕਿ ਜਦ ਤੱਕ ਤੁਹਾਡੇ ਕੋਲ ਤੱਥ ਨਾ ਆਉਣ, ਜਦ ਤੱਕ ਤੁਹਾਡੇ ਕੋਲ ਆਥੈਂਟਿਸਿਟੀ ਐਵੀਡੈਂਸ ਨਾ ਹੋਵੇ, ਤੁਸੀਂ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਕਰ ਸਕਦੇ। ਠੀਕ ਹੈ, ਜਦ ਤੱਕ ਦੋਸ਼ੀ ਕਰਾਰ ਨਹੀਂ ਹੋਇਆ, ਬੰਦੇ ਦਾ ਟ੍ਰਾਇਲ ਨਹੀਂ ਚੱਲਿਆ, ਬੰਦੇ ਦਾ ਕੋਈ ਕੰਮ ਨਹੀਂ ਹੋਇਆ, ਉਸ ਤੋਂ ਪਹਿਲਾਂ ਹੀ ਉਹਦੀ ਇੰਨੀ ਬਦਨਾਮੀ ਕਰ ਦਿਓ ਤੁਸੀਂ ਕਿ ਲੋਕਾਂ ਦੇ ਮਨ 'ਚ ਆ ਜਾਏ ਯਾਰ ਇਹ ਬੰਦਾ ਤਾਂ ਬਹੁਤ ਖਰਾਬ ਹੈ, ਇਹ ਬੰਦਾ ਤਾਂ ਬਹੁਤ ਖਰਾਬ ਹੈ। ਉਹ ਭਾਵਨਾ ਜਿਹੜੀ ਹੈ ਨਾ, ਉਹ ਆਪਾਂ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਇਹ ਚੀਜ਼ਾਂ ਪਹਿਲਾਂ ਵੀ ਏਡੀਆਂ ਹੁੰਦੀਆਂ ਸੀ, ਬਹੁਤ ਕੁਝ ਹੁੰਦਾ ਸੀ, ਸਭ ਕੁਝ ਚੱਲਦੇ ਸੀ, ਲੇਕਿਨ ਇਹ ਮੀਡੀਆ ਟ੍ਰਾਇਲਸ ਨਹੀਂ ਬਣਦੇ ਸੀ। ਹੁਣ ਇਹ ਚੀਜ਼ ਜਿਹੜੀ ਹੈ ਮੀਡੀਆ ਟ੍ਰਾਇਲਸ ਬਣ ਚੁੱਕੀ ਹੈ। ਇਹ ਚੀਜ਼ਾਂ ਨੂੰ ਅਸੀਂ ਜਾਂਦੇ ਬਾਅਦ ਚੋਂ, ਕੰਪਲੇਂਟ ਬਾਅਦ ਚੋਂ ਆਉਂਦੀ ਹੈ, ਪਹਿਲਾਂ ਹੀ ਕਹਿ ਦਿੰਦੇ ਦੇਖੋ ਜੀ ਉਹ ਜਾ ਰਿਹਾ, ਉਹ ਆ ਰਿਹਾ। ਇਹ ਜਿਹੜੀ ਚੀਜ਼ਾਂ ਅੰਡਰ ਦਾ ਟੇਬਲ ਪਰਦੇ ਦੇ ਪਿੱਛੇ ਹੋਣੀਆਂ ਚਾਹੀਦੀਆਂ, ਉਹ ਅੱਜ ਪਬਲਿਕ ਦੇ ਵਿੱਚ ਜਗ ਹਾਰਿਜ ਹੁੰਦੀ ਹੈ, ਜਿਹਦੇ ਨਾਲ ਇੱਕ ਬੰਦੇ ਦੀ ਬਦਨਾਮੀ ਹੁੰਦੀ ਹੈ। ਠੀਕ ਹੈ, ਉਸ ਬਦਨਾਮੀ ਨੂੰ ਲੈ ਕੇ ਜੇ ਹੈ ਕੋਈ ਆਥੈਂਟਿਸਿਟੀ, ਤੁਹਾਡੇ ਕੋਲ ਐਵੀਡੈਂਸ ਹੈ, ਤਾਂ ਵੀ ਆਰ ਆਲਵੇਜ਼ ਵਿਦ ਦੈਮ ਆਲ ਪੀਪਲ ਦੇ ਨਾਲ। ਲੇਕਿਨ ਜੇ ਨਹੀਂ ਹੈ ਤਾਂ ਫਿਰ ਤੁਹਾਨੂੰ ਬਦਨਾਮ ਕਰਨ ਦਾ ਕੋਈ ਰਾਈਟ ਨਹੀਂ। ਸਵਾਲ ਇਹ ਹੈ ਹੁਣ ਕਾਂਗਰਸ ਦਾ ਅਗਲਾ ਸਟੈਪ ਕੀ ਹੈ? ਅੱਜ ਤਾਂ ਪੂਰੇ ਕਾਂਗਰਸ ਰਾਹੁਲ ਗਾਂਧੀ ਪੇਸ਼ ਹੋਏ ਤੇ ਪੂਰੀ ਕਾਂਗਰਸ ਨੇ ਆਪਣਾ ਪ੍ਰਦਰਸ਼ਨ ਕੀਤਾ। ਹੁਣ ਜ਼ੋਰ ਅਜ਼ਮਾਇਸ਼ ਕਿੱਥੇ ਕਰੇਗੀ ਕਾਂਗਰਸ? ਮੈਂ ਦੱਸਦੀ ਹਾਂ, ਅੱਜ ਰਾਹੁਲ ਜੀ ਜਦ ਪੇਸ਼ ਹੋਏ ਤਾਂ ਸਾਡਾ ਸਾਰਿਆਂ ਦਾ ਜਿਹੜਾ ਪ੍ਰਦਰਸ਼ਨ ਸੀਗਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਬੜਾ ਸ਼ਾਂਤੀਪੂਰਵਕ ਢੰਗ ਦਾ ਸੀਗਾ। ਚਾਹੇ ਉਹ ਧਰਨਾ ਸੀ, ਚਾਹੇ ਉਹ ਚੱਲ ਕੇ ਕੋਈ ਪ੍ਰੋਟੈਸਟ ਸੀ। ਪ੍ਰੋਟੈਸਟ ਦੇ ਵਿੱਚ ਹੋ ਸਕਦਾ ਹੈ ਕਈ ਜਗ੍ਹਾ 'ਤੇ ਗ੍ਰਿਫਤਾਰੀਆਂ ਕੀਤੀਆਂ ਹੋਣ, ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਜਾਂ ਕੁਝ ਹੋਵੇ, ਲੇਕਿਨ ਜਿਹੜੇ ਧਰਨੇ ਬੈਠ ਕੇ ਹੋਏ ਉਹ ਬੜੇ ਪੀਸਫੁਲੀ ਮੈਥਡ ਨਾਲ ਹੋਏ। ਸਾਡਾ ਸਮਰਥਨ ਸੀ, ਇਹ ਇੱਕ ਜੈਸਚਰ ਸੀਗਾ ਕਿ ਅਸੀਂ ਆਪਣੇ ਨੇਤਾ ਨੂੰ ਸਮਰਥਨ ਦਿੱਤਾ ਹੈ ਕਿ ਵੀ ਆਰ ਆਲਵੇਜ਼ ਵਿਦ ਯੂ। ਜਦ ਤੂੰ ਸਾਡੀ ਲੜਾਈ ਲੜ ਰਿਹਾ ਭਰਾ, ਤਾਂ ਅਸੀਂ ਕਿਉਂ ਨਹੀਂ ਤੇਰੇ ਨਾਲ ਖੜੇ ਹੋਵਾਂਗੇ? ਹਰ ਕਾਂਗਰਸੀ ਤੇਰੇ ਨਾਲ ਖੜਾ ਹੈ। ਦਿਸ ਇਜ਼ ਅ ਮੋਟੀਵੇਸ਼ਨਲ ਜੈਸਚਰ ਫॉर ਰਾਹੁਲ ਗਾਂਧੀ। ਇਵੇਂ ਹੀ ਸੋਨੀਆ ਜੀ ਦੀ ਤਬੀਅਤ ਠੀਕ ਹੋ ਜਾਏ, ਸੋਨੀਆ ਜੀ ਵੀ ਜਾਣਗੇ, ਅਸੀਂ ਕੋਈ ਭੱਜ ਥੋੜ੍ਹ ਨਾ ਰਹੇ ਹਾਂ, ਅਸੀਂ ਜਾਵਾਂਗੇ, ਔਰ ਪਹਿਲਾਂ ਵੀ ਗਏ ਹਾਂ, ਅਤੇ ਉਹਦੇ ਵਿੱਚ ਵੀ ਜਿਹੜਾ ਕੁਝ ਹੋਏਗਾ ਉਹ ਹੈ। ਲੇਕਿਨ ਮੈਂ ਤੁਹਾਨੂੰ ਅੱਜ ਇਹ ਦੱਸ ਦਿੰਦੀ ਹਾਂ, ਲੀਗਲੀ ਵੀ ਦੱਸ ਦਿੰਦੀ ਹਾਂ ਔਰ ਪਾਰਟੀ ਨਾਲ ਜੁੜੇ ਹੋਣ ਦੇ ਨਾਤੇ ਵੀ ਦੱਸ ਸਕਦੀ ਹਾਂ ਕਿ ਇਸ ਦੇ ਵਿੱਚ ਐਂਡ ਦੇ ਵਿੱਚ ਕੁਝ ਨਹੀਂ ਨਿਕਲੇਗਾ। ਜਿਵੇਂ ਬਾਰਡਰਾਂ ਨੂੰ ਲੈ ਕੇ ਕੁਝ ਨਹੀਂ ਨਿਕਲਿਆ, ਇੱਥੇ ਵੀ ਕੁਝ ਨਹੀਂ ਹੈ। ਜਿਹੜੇ ਲੋਕਾਂ ਨੇ ਇਲੈਕਸ਼ਨ ਸਟੰਟ ਹੈ, ਸਾਰਾ ਇਲੈਕਸ਼ਨ ਸਟੰਟ ਹੈ। ਔਰ ਮੈਂ ਇੱਕ ਗੱਲ ਹੋਰ ਕਹਾਂਗੀ ਕਿ ਜਿਹੜੀ ਫੈਮਿਲੀ ਨੇ, ਜਿਹੜੇ ਬੰਦਿਆਂ ਨੇ ਇੰਨਾ ਜਿਗਰਾ ਦਿਖਾਇਆ ਕਿ ਉਹਨਾਂ ਨੇ ਕਸ਼ਮੀਰ ਦੀ ਇੰਨੀਆਂ ਪ੍ਰਾਪਰਟੀਆਂ ਉੱਥੇ ਸਟੇਟਸ ਨੂੰ ਦਾਨ ਕਰਤੀਆਂ, ਯੂਪੀ ਦੀ ਇੰਨੀਆਂ ਪ੍ਰਾਪਰਟੀਆਂ ਗਾਂਧੀ ਪਰਿਵਾਰ ਨੇ ਸਟੇਟਸ ਨੂੰ ਦਾਨ ਕਰ ਦਿੱਤੀਆਂ, ਅਤੇ ਉਹ ਆਪਣੇ ਅਖਬਾਰ 'ਚੋਂ ਪੈਸੇ ਖਾਣਗੇ। ਇਹ ਤਾਂ ਬੜੀ ਕਾਮਨ ਸੈਂਸ ਦੀ ਗੱਲ ਹੈ। ਔਰ ਉਹ ਪੈਸੇ ਕਿਹਦੇ ਵਾਸਤੇ ਖਾਏ ਗਏ? ਉਹ ਇੱਕ ਚੀਜ਼ ਹੈ, ਜੇ ਕਾਂਗਰਸ ਦਾ ਪੈਸਾ ਲਾਇਆ ਹੈ, ਭਾਰਤ ਸਰਕਾਰ ਦਾ ਤਾਂ ਪੈਸਾ ਲੱਗਿਆ ਨਹੀਂ, ਫਿਰ ਬਵਾਲ ਕਿਉਂ? ਭਾਈ ਸਾਹਿਬ ਇਵੇਂ ਹੈ, 5 ਲੱਖ ਰੁਪਏ ਦੀ ਤੁਹਾਡੀ ਟ੍ਰਾਂਜੈਕਸ਼ਨ ਹੋ ਜਾਏ ਨਾ, ਤੁਹਾਨੂੰ ਈਡੀ ਦਾ ਅਗਲੇ ਦਿਨ ਨੋਟਿਸ ਆ ਜਾਏਗਾ। ਸਾਡੇ ਇੱਥੇ
ਦੇਖੋ ਈਡੀ ਦਾ ਇੱਕ ਬੜਾ ਰਿਸਪੈਕਟੇਬਲ ਚਿਹਰਾ ਸੀ, ਜਿਵੇਂ ਸੀਬੀਆਈ ਹੈ ਸਾਡੀ, ਹੋਰ ਸਾਡੀਆਂ ਇਨਵੈਸਟੀਗੇਸ਼ਨ ਅਥਾਰਟੀਜ਼ ਹੈ, ਲੇਕਿਨ ਅੱਜ ਈਡੀ ਨੂੰ ਸਬਜ਼ੀ ਮੰਡੀ ਵਾਂਗੂ ਬਣਾਤਾ। ਹਰ ਬੰਦੇ ਦੀ ਟ੍ਰਾਂਜੈਕਸ਼ਨ ਦੇ ਉੱਪਰ ਤੁਹਾਡੇ ਕੋਲ ਨੋਟਿਸ ਖੜਾ ਈਡੀ ਦਾ। ਮਤਲਬ ਈਡੀ ਨੂੰ ਹੁਣ ਵਿਹਲੇ ਕੰਮ ਹੋ ਗਏ। ਜੇ ਤੁਹਾਡੀ ਬਾਹਰੋਂ ਫੋਰਨ ਤੋਂ 5 ਲੱਖ ਰੁਪਏ ਤੁਹਾਡੇ ਕਿਸੇ ਭਰਾ ਨੇ ਜਾਂ ਕਿਸੇ ਭੈਣ ਨੇ ਅਕਾਊਂਟ 'ਚ ਪਾਤਾ ਨਾ, ਤੁਹਾਨੂੰ ਅਗਲੇ ਦਿਨ ਨੋਟਿਸ ਹੈ, ਦੱਸੋ ਐਕਸਪਲੇਨੇਸ਼ਨ ਜੀ ਕਿਉਂ ਆਏ ਪੈਸੇ। ਇਹ ਜਿਹੜਾ ਹੈ ਨਾ, ਇਹ ਡੈਮੋਕ੍ਰੈਟਿਕ ਵੇ ਦਾ, ਕਾਨੂੰਨ ਦਾ ਧੱਜੀਆਂ ਉੱਡ ਰਹੀਆਂ ਬੇਸਿਕਲੀ। ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋ ਪਾ ਰਿਹਾ, ਬੇਰੁਜ਼ਗਾਰੀ ਮਹਿੰਗਾਈ ਦੇ ਉੱਪਰ ਤੁਸੀਂ ਕੰਟਰੋਲ ਨਹੀਂ ਕਰ ਪਾ ਰਹੇ, ਔਰ ਯੂਜ਼ਲੈਸ ਥਾਟ ਦੇ ਉੱਪਰ ਲੋਕਾਂ ਨੂੰ ਚਲਾਤਾ ਕਿ ਹੁਣ ਇੱਧਰਲੇ ਪਾਸੇ ਤੁਰ ਪਓ। ਤੇ ਲੋਕ ਦੇਖੋ ਅੱਜ ਦੀ ਡੇਟ 'ਚ ਮੈਂ ਤੁਹਾਡੇ ਮਾਧਿਅਮ ਤੋਂ ਜਨਤਾ ਨੂੰ ਵੀ ਕਹਿਣਾ ਚਾਹਾਂਗੀ ਦੇਸ਼ ਦੀ, ਕਿ ਬਾਈ ਅੱਖਾਂ ਖੋਲ੍ਹ ਲਓ। ਅੱਜ ਜੇ ਉਹ ਲੋਕ ਆਪਣੀ ਸੈਲਫ ਇੰਟਰਸਟ ਦੀ ਗੱਲ ਕਰਦੇ ਤਾਂ ਤੁਸੀਂ ਵੀ ਆਪਣਾ ਸੈਲਫ ਇੰਟਰਸਟ ਦੇਖੋ ਕਿ ਤੁਹਾਡਾ ਕਿਹੜੀ ਰਾਜਨੀਤਿਕ ਪਾਰਟੀ ਦੇ ਨਾਲ ਸੈਲਫ ਇੰਟਰਸਟ ਚੱਲ ਸਕਦਾ ਹੈ, ਤੁਹਾਡੀ ਕਿਹੜੀ ਪਾਰਟੀ ਪਾਕਟ ਨੂੰ ਵੇਟ ਨੂੰ ਘੱਟ ਕਰ ਸਕਦੀ ਹੈ। ਮੇਰਾ ਸੈਲਫ ਇੰਟਰਸਟ ਇਹ ਹੈ ਕਿ ਮੇਰੇ 10,000 ਦੇ ਵਿੱਚੋਂ 5,000 ਬਚਣ। ਮੇਰਾ ਇਹ ਮਤਲਬ ਨਹੀਂ ਹੈ 5,000 ਤੁਹਾਡੇ ਤੋਂ ਉਧਾਰੇ ਲੈ ਕੇ ਮੈਂ ਆਪਣੇ ਘਰ 'ਚ ਖਰਚਦਾ। ਇਹ ਚੀਜ਼ਾਂ ਜਨਤਾ ਨੂੰ ਅੱਖਾਂ ਖੋਲ੍ਹ ਕੇ ਦੇਖਣੀਆਂ ਪੈਣਗੀਆਂ, ਤਾਂ ਹੀ 2024 ਜਿਹੜਾ ਹੈ ਅੱਗੇ ਖੜਾ ਹੈ। ਧੰਨਵਾਦ ਦੀਪਾ ਜੀ। ਤੇ ਸਵਾਲ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਜਾਂਦਾ ਹੈ, ਪਰ ਈਡੀ ਦੀ ਵਰਤੋਂ ਹੋ ਰਹੀ ਹੈ, ਉਹ ਮੰਡੀਆਂ ਦੇ ਭਾਅ ਨਾਲ ਹੋ ਰਹੀ ਹੈ ਜਿਵੇਂ ਕਾਂਗਰਸ ਕਹਿ ਰਹੀ ਹੈ, ਪਰੰਤੂ ਕਿਤੇ ਨਾ ਕਿਤੇ ਸਿਆਸਤ ਦੇ ਪ੍ਰਭਾਵ ਹੇਠ ਇਹ ਚੀਜ਼ ਚੱਲਦੀ ਹੈ। ਪਰੰਤੂ ਦੂਜੇ ਪਾਸੇ ਕਾਂਗਰਸ ਸਿੱਧੇ ਰੂਪ 'ਚ ਕਹਿ ਰਹੀ ਹੈ ਮੋਦੀ ਸਰਕਾਰ ਇਹ ਨਹੀਂ ਚੱਲਣਾ, ਇਸ ਕੇਸ ਵਿੱਚ ਕੁਝ ਵੀ ਨਹੀਂ, ਸਿਰਫ ਬਦਨਾਮ ਕਰਨਾ ਬੰਦ ਕਰੋ। ਹੁਣ ਦੇਖਣਾ ਹੈ ਇਹ ਟਕਰਾਅ ਕਾਂਗਰਸ ਵਰਸਸ ਬੀਜੇਪੀ ਦਾ ਕਿੱਥੇ ਦਿਖਾਈ ਦਿੰਦਾ ਹੈ। 2024 ਦਾ ਇੱਕ ਸਟੰਟ ਬਣਦਾ ਹੈ ਜਾਂ ਫਿਰ ਕੋਈ ਮੂਵਮੈਂਟ ਦਾ ਰੂਪ ਬਣਦਾ ਹੈ। ਇਹੀ ਆਪਣੇ ਆਪ ਵਿੱਚ ਸਵਾਲ ਹੈ। ਇਸ ਸਵਾਲ ਨਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।